ਸਾਧ ਸੰਗਤ ਜੀ, ਪਿਆਰ ਨਾਲ ਬੋਲਣਾ ਜੀ। ਤਾਂ ਨਿਰੰਕਾਰ ਸੰਤ ਜਨੋਂ ਗੁਰਮੁਖੋ ਆਓ, ਸਾਰੇ ਮਿਲ ਕੇ ਸਤਿਗੁਰੂ ਦਾ ਸ਼ੁਕਰਾਨਾ ਕਰੀਏ ਕਿ ਹੇ ਸੱਚੇ ਪਾਤਸ਼ਾਹ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਜਿਵੇਂ ਲਿਖਿਆ ਹੈ ਕਿ ਕੁਝ ਨਾ ਬੁੱਝੇ ਕੁਝ ਨਾ ਸੁੱਝੇ, ਦੁਨੀਆ ਗੁੱਝੀ ਭਾ, ਸਾਈ ਮੰਡੇ ਚੰਗਾ ਕੀਤਾ ਨਹੀਂ ਤੇ ਹਮ ਵੀ ਦੱਜਾਂ। ਬਾਬਾ ਫਰੀਦ ਜੀ ਜ਼ਿਕਰ ਕਰਦੇ ਨੇ ਕਿ ਸੰਸਾਰ ਇੱਕ ਗੁੱਝੀ ਅੱਗ ਹੈ, ਜਿਹਦੇ ਵਿੱਚ ਸਾਰਾ ਸੰਸਾਰ ਜਲ ਰਿਹਾ ਹੈ। ਪਰ ਮੇਰੇ ਗੁਰੂ ਨੇ ਮੇਰੇ 'ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਨਹੀਂ ਤਾਂ ਮੈਂ ਵੀ ਇਸ ਅੱਗ ਵਿੱਚ ਸੜ ਜਾਣਾ ਸੀ। ਇਸ ਵਾਸਤੇ ਸੰਤੋ, ਇਹ ਸਤਿਗੁਰੂ ਦੀ ਕਿਰਪਾ ਹੈ, ਸਤਿਗੁਰੂ ਦੀ ਰਹਿਮਤ ਹੋਈ ਹੈ ਕਿ ਇਹਨੇ ਭਰਮ ਭੁਲੇਖੇ ਸਾਰੇ ਕੱਢਤੇ। ਮੇਰਾ ਭਰਮ ਭੋ ਭਾਗਾ, ਜਬ ਸੇ ਰਾਮ ਨਾਮ ਚਿਤ ਲਾਗਾ। ਜਦੋਂ ਦਾ ਸੱਚੇ ਪਾਤਸ਼ਾਹ ਨੇ ਇਹ ਦਾਤ ਬਖਸ਼ੀ, ਇਹ ਰਤਨ ਨਾਮ ਖਜ਼ਾਨਾ ਸਾਡੀ ਝੋਲੀ 'ਚ ਪਾਇਆ, ਇਹ ਬ੍ਰਹਮ ਗਿਆਨ ਬਖਸ਼ਿਆ ਹੈ, ਸਮਝ ਆ ਗਈ, ਜ਼ਿੰਦਗੀ ਬਦਲਤੀ। ਜਿਵੇਂ ਲਿਖਿਆ ਗੁਰਬਾਣੀ 'ਚ, ਹਰ ਭਗਤ ਭਰੇ ਭੰਡਾਰ ਹੈ, ਗੁਰ ਸਤਿਗੁਰ ਪਾਸ ਰਾਮ ਰਾਜੇ। ਸਤਿਗੁਰ ਸੱਚਾ ਸ਼ਾਹ ਹੈ, ਦੇ ਸਿੱਖ ਹਰ ਰਾਸੇ, ਧੰਨ ਧੰਨ ਵਣਜਾਰਾ ਵਣਜ ਹੈ, ਸਿੱਖ ਸਾਹੁ ਸੁਵਾਸੇ। ਨਾਨਕ ਸਤਿਗੁਰ ਤਿਨਾ ਪਾਇਆ, ਜਿਨ ਭਾਗ ਤੁਰ ਲਿਖੇ, ਮਸਤਕ ਲਾਟ ਲਿਖਾਸੇ। ਤੋ ਇਹ ਨਾਮ ਦਾ ਖਜ਼ਾਨਾ, ਇਹ ਪ੍ਰਭੂ ਪਰਮਾਤਮਾ ਕੋਲ ਅੰਮ੍ਰਿਤ ਹੁੰਦਾ ਹੈ, ਨਿਰੰਕਾਰ ਕੋਲ ਹੁੰਦਾ, ਸਤਿਗੁਰੂ ਦਾ, ਸਤਿਗੁਰੂ ਕੋਲ ਹੁੰਦਾ ਨਿਰੰਕਾਰ ਦਾ। ਪਰ ਜਦੋਂ ਜਿਵੇਂ ਗੁਰਬਾਣੀ 'ਚ ਲਿਖਿਆ ਕਿ ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰੂ ਪਾਸ। ਜਦੋਂ ਸਤਿਗੁਰੂ ਕਿਰਪਾ ਕਰਦਾ ਹੈ, ਇਨਾਮ ਦਾ ਖਜ਼ਾਨਾ ਰਤਨ ਦਿੰਦਾ ਹੈ। ਸਤਿਗੁਰੂ ਸੇਵੇ ਲੱਗਿਆ ਕਾਢ ਰਤਨ ਦੇਵੇ ਪ੍ਰਕਾਸ਼। ਜਦੋਂ ਸਤਿਗੁਰੂ ਦੇ ਚਰਨਾਂ ਜਾਂਦੇ ਹਾਂ, ਜਾਈਦਾ, ਫਿਰ ਇਹ ਐਸਾ ਪ੍ਰਕਾਸ਼ ਕਰਦਾ, ਰੋਸ਼ਨੀ ਕਰਦਾ ਸਾਡੇ ਅੰਦਰ, ਕੰਚਨ ਬਣਾਉਂਦਾ, ਸੋਨਾ ਬਣਾਉਂਦਾ। ਧੰਨ ਧੰਨ ਵਡਭਾਗੀਆ, ਜੋ ਆਏ ਮਿਲੇ ਗੁਰ ਪਾਸ। ਪਰ ਉਹ ਭਾਗਾਂ ਵਾਲੇ ਉਹ ਨੇ ਜਿਹੜੇ ਗੁਰੂ ਦੇ ਚਰਨਾਂ 'ਚ, ਗੁਰੂ ਦੇ ਪਾਸ ਆ ਗਏ। ਜਿਵੇਂ ਲਿਖਿਆ ਹੈ ਕਿ ਬਿਨ ਭਗਤੀ ਨਹੀਂ ਸਤਿਗੁਰ ਪਾਈਏ, ਬਿਨ ਭਾਗਾ ਨਹੀਂ ਭਗਤ ਹਰੀ, ਬਿਨ ਭਾਗਾ ਸਤ ਸੰਗ ਨਾ ਪਾਈਏ, ਕਰਮ ਮਿਲੇ ਹਰ ਨਾਮ ਹਰੀ। ਸਤਿਗੁਰੂ ਸਾਧ ਸੰਗਤ ਜੀ ਵੀ ਪਿਛਲੇ ਕਰਮਾਂ ਦੀ ਭਗਤੀ ਕੀਤੀ ਹੈ, ਫਿਰ ਸਤਿਗੁਰੂ ਦੀ ਸ਼ਰਨ ਮਿਲਦੀ ਹੈ। ਵਰਨਾ ਸਤਿਗੁਰੂ ਦਾ ਵੀ ਜੀਵਨ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਹੈ, ਔਖਾ ਹੈ। ਇਹ ਵੀ ਚੰਗੇ ਭਾਗ ਹੈ, ਫਿਰ ਸਤਿਗੁਰੂ ਮਿਲਦਾ ਹੈ। ਇਸ ਵਾਸਤੇ ਅਸੀਂ ਭਾਗਾਂ ਵਾਲੇ ਹਾਂ। ਸੰਤ ਜਨੋਂ ਜੋ ਇਹਨੇ ਕਿਰਪਾ ਕੀਤੀ ਸਾਡੇ 'ਤੇ, ਜੋ ਰਹਿਮਤ ਕੀਤੀ ਸਾਡੇ 'ਤੇ, ਬਿਨ ਭਾਗਾ ਸਤਿਗੁਰੂ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ। ਇਹ ਤਾਂ ਪਾਤਸ਼ਾਹ ਕਹਿੰਦੇ ਨੇ ਕਿ ਬਿਨ ਭਾਗਾਂ ਤੋਂ ਸਤਿਗੁਰੂ ਵੀ ਨਹੀਂ ਮਿਲਦਾ, ਭਾਵੇਂ ਘਰ ਬੈਠਿਆਂ ਕੋਲੇ ਪਾਸ ਹੀ ਕਿਉਂ ਨਾ ਹੋਵੇ, ਨਜ਼ਦੀਕ ਵੀ ਕਿਉਂ ਨਾ ਹੋਵੇ। ਅੰਤਰ ਅਗਿਆਨ ਦੁੱਖ ਭਰਮ ਹੈ, ਕਿਉਂਕਿ ਅੰਤਰ ਅਗਿਆਨਤਾ ਹੈ, ਦੁੱਖ ਭਰਮ ਹੈ, ਵਿੱਚ ਪੜਦਾ ਦੂਰੀ ਪਾਸ। ਇਹ ਜੋ ਪੜਦਾ ਹੈ ਭਰਮਾਂ ਦਾ, ਭੁਲੇਖਿਆਂ ਦਾ, ਇਸ ਵਾਸਤੇ ਪਾਸ ਹੁੰਦਿਆਂ ਵੀ ਦੂਰੀ ਹੈ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਬਿਨਾਂ ਸਤਿਗੁਰ ਦੇ ਚਰਨਾਂ 'ਚ ਗਿਆ ਭੇਟੇ, ਸੋਨਾ ਨਹੀਂ ਬਣਦਾ ਇਹ ਸਰੀਰ, ਇਹ ਮਨ ਪਾਕ ਪਵਿੱਤਰ ਨਹੀਂ ਬਣਦਾ। ਮਨਮੁਖ ਬੋਹੂ ਬੁੱਢਾ ਬੀੜੀ ਪਾਸ। ਮਨਮੁਖ ਜਿਹੜਾ ਉਹ ਡੁੱਬ ਜਾਂਦਾ ਹੈ ਬੀੜੀ ਪਾਸ ਹੁੰਦਿਆਂ ਹੋਇਆ ਵੀ। ਅਤੇ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਨਾਲ ਸੰਤ ਪਿਆਰਿਓ ਇਹ ਕਿਰਪਾ ਹੁੰਦੀ ਹੈ। ਔਰ ਇੱਕ ਤਾਂ ਹੋਰ ਵੀ ਲਿਖਿਆ ਹੈ ਕਿ ਸਤਿਗੁਰੂ ਨੂੰ ਸਭ ਜਗ ਦੇਖਦਾ, ਜੇਤਾ ਜਗਤ ਸੰਸਾਰ, ਡਿੱਠਿਆ ਮੁਕਤ ਨਾ ਹੋਵੇ, ਜੀਚਰ ਸ਼ਬਦ ਨਾ ਧਰੇ ਵਿਚਾਰ। ਵੇਖਣ ਨਾਲ ਗੱਲ ਨਹੀਂ ਬਣਦੀ ਜੇ ਸਤਿਗੁਰੂ ਦੇ ਚਰਨਾਂ ਜਿੰਚਰ ਜਾਂਦੇ ਨਹੀਂ। ਇਹ ਤਾਂ ਹੋਰ ਵੀ ਲਿਖਿਆ ਕਿ ਸਤਿਗੁਰੂ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ।
ਬਗੈਰ ਭਾਗਾਂ ਤੋਂ ਦਰਸ਼ਨ ਨਹੀਂ ਹੁੰਦੇ, ਤੇ ਜਿਹੜੇ ਭਾਗਹੀਣ ਨੇ ਉਹ ਬੈਠੇ ਰੋਈ ਜਾਂਦੇ ਨੇ। ਸੋ ਸਾਡੇ ਤੇ ਕਿਰਪਾ ਹੋਈ ਹੈ, ਸਾਡੇ ਤੇ ਰਹਿਮਤ ਹੋਈ ਹੈ, ਪੂਰਨ ਸਤਿਗੁਰ ਦੀ ਸ਼ਰਨ ਮਿਲੀ ਹੈ, ਮੌਜਾਂ ਬਣਾਤੀਆਂ ਸੱਚੇ ਪਾਤਸ਼ਾਹ ਨੇ ਆਪ ਸੰਤਾਂ ਮਹਾਤਮਾ ਦੀ। ਦੁਨੀਆ ਸੰਸਾਰ ਫਸਿਆ ਹੋਇਆ ਮਾਇਆ ਦੇ ਵਿੱਚ, ਵਡਾਈਆਂ 'ਚ, ਸ਼ਾਨ ਸ਼ੌਕਤਾਂ 'ਚ, ਔਰ ਉੱਥੇ ਤੱਕ ਫਸਿਆ ਰਹਿ ਜਾਂਦਾ ਹੈ। ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ ਵੀ ਗੁਰਬਾਣੀ 'ਚ, ਦੁਨੀਆ ਦੀਆਂ ਵਡਿਆਈਆਂ ਕਵਣੇ ਆਵੇ ਨਾ ਕਾਮ। ਇਹ ਜੇ ਦੁਨੀਆ ਦੀਆਂ ਵਡਿਆਈਆਂ ਨਾ, ਮਾਨ ਵਡਾਈਆਂ, ਬੰਦਾ ਕਹਿੰਦਾ ਮੈਨੂੰ ਉਹ ਮਿਲ ਜੇ, ਮੇਰਾ ਉਹ, ਮੇਰੀ ਚੌਧਰ ਹੋਵੇ, ਮੇਰਾ ਉਹ ਹੋਵੇ, ਮੇਰਾ ਜੇ ਹੋਵੇ, ਮੇਰਾ ਆਦਰ ਹੋਵੇ, ਮੇਰਾ ਸਤਿਕਾਰ ਹੋਵੇ, ਕਹਿੰਦਾ ਇਹ ਝੂਠੀਆਂ ਵਡਿਆਈਆਂ ਨੇ, ਇਹ ਕਿਸੇ ਕੰਮ ਨਹੀਂ ਆਉਂਦੀਆਂ। ਮਾਇਆ ਰੰਗ ਸਭ ਫੀਕਾ ਜਾਂ ਤੋਂ ਬਿਨਸ ਨਿਧਾਨ। ਇਹ ਚੌੜੇ ਚਿੱਟੇ ਇਹ ਰੰਗ ਫਿੱਕਾ ਜਿਹੜਾ ਹੈ ਇਹ ਵਿਸਰ ਜਾਂਦਾ, ਖਤਮ ਹੋ ਜਾਂਦਾ, ਮਿਟ ਜਾਂਦਾ, ਲੈ ਜਾਂਦਾ ਹੈ। ਸਭ ਫਿੱਕਾ ਜਾਤੋ, ਜਿਹੜਾ ਦਿਸਦਾ ਬਿਨ ਸਜਾਏ ਨਿਧਾਨ, ਇਹ ਖਤਮ ਹੋ ਜਾਂਦਾ, ਮਿਟ ਜਾਂਦਾ। ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ। ਲੇਕਿਨ ਜਿਹਦੇ ਹਿਰਦੇ ਵਿੱਚ ਇਹ ਹਰੀ ਪ੍ਰਮਾਤਮਾ, ਇਹ ਨਿਰੰਕਾਰ ਵਸ ਗਿਆ, ਉਹ ਸੱਚਾ ਸੁੱਚਾ ਗੁਰਸਿੱਖ ਮਹਾਤਮਾ, ਮਹਾਂਪੁਰਸ਼, ਸੰਤ ਪ੍ਰਧਾਨ ਹੈ। ਇਸ ਵਾਸਤੇ ਸੰਤ ਪਿਆਰਿਓ ਇੱਥੇ ਜ਼ਿਕਰ ਕੀਤਾ ਗਿਆ ਹੈ। ਅੱਗੇ ਹੋਰ ਵੀ ਲਿਖਿਆ ਹੈ ਕਿ ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ ਖਿਮਾ ਜਪ ਮਾਲੀ, ਤੈ ਮਾਨਸ ਪ੍ਰਦਾਨ। ਮਹਾਤਮਾ ਮਹਾਂਪੁਰਸ਼ ਉਹ ਹੋਇਆ ਕਰਦੇ ਨੇ ਜਿਨ੍ਹਾਂ ਅੰਦਰ ਸੱਚ ਨੂੰ ਬੋਲਣਾ ਉਹ ਉਹਨਾਂ ਦਾ ਵਰਤ ਹੈ, ਤੀਰਥ ਉਹਨਾਂ ਦਾ ਸੰਤੋਖ ਹੈ, ਸਬਰ ਸ਼ਾਂਤੀ, ਦੇਵਤਾ ਉਹਨਾਂ ਦਾ ਹੀ ਦਇਆ ਹੈ, ਔਰ ਜਪ ਮਾਲੀ ਉਹਨਾਂ ਦੀ ਖਿਮਾ ਹੈ। ਅਗਰ ਇਹ ਗੁਣ ਹੈ ਉਹ ਮਹਾਤਮਾ ਹੈ, ਉਹ ਮਹਾਂਪੁਰਸ਼ ਹੈ। ਇਸ ਵਾਸਤੇ ਸਾਧ ਸੰਗਤ ਜੀ ਇਹ ਸਮਝ, ਇਹ ਰਮਝ ਕਦੋਂ ਆਉਂਦੀ ਹੈ? ਜਦੋਂ ਸਤਿਗੁਰੂ ਇਹ ਜੁਗਤ ਦੇ ਦੱਸ ਦਿੰਦਾ ਹੈ। ਗਿਆਨ ਸਾਧ ਸੰਗਤ ਜੀ ਬ੍ਰਹਮ ਦਾ ਗਿਆਨ ਮਿਲ ਜਾਂਦਾ, ਫਿਰ ਇਹ ਸਮਝ ਆਉਂਦੀ ਹੈ, ਫਿਰ ਇਹ ਰਮਝ ਸਾਧ ਸੰਗਤ ਜੀ ਇਨਸਾਨ ਦੇ ਜੀਵਨ ਦੇ ਵਿੱਚ ਆਉਂਦੀ ਹੈ। ਸੋ ਇਸ ਵਾਸਤੇ ਸੰਤੋ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਜੋ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬ੍ਰਹਮ ਗਿਆਨ ਬਖਸ਼ ਕੇ ਮਹਾਤਮਾ ਮਹਾਂਪੁਰਸ਼ ਬਣਾਤਾ। ਔਰ ਫਿਰ ਬਾਬਾ ਜੀ ਨੇ ਸਾਧ ਸੰਗਤ ਦੇ ਨਾਲ ਜੋੜਤਾ ਕਿ ਸਤਸੰਗ, ਸੇਵਾ, ਸਿਮਰਨ ਕਰਨਾ ਹੈ। ਕਿਉਂਕਿ ਸਤਸੰਗ ਵਿੱਚ ਜਾ ਕੇ ਹੀ ਸਾਧ ਸੰਗਤ ਜੀ ਫਿਰ ਇਹ ਸਮਝ ਆਉਂਦੀ ਹੈ ਗਿਆਨ ਦੀ ਪੂਰੀ, ਕਿ ਮੈਂ ਕੀ ਹਾਂ, ਕਿੱਥੋਂ ਆਇਆ, ਕਿੱਥੇ ਜਾਣਾ, ਮੇਰਾ ਅਸਲੀ ਘਰ ਕਿਹੜਾ, ਟਿਕਾਣਾ ਕਿਹੜਾ, ਮੇਰਾ ਕਰਮ ਕੀ ਹੈ, ਮੈਂ ਛੱਡਣਾ ਕੀ ਹੈ, ਮੈਂ ਅਪਣਾਉਣਾ ਕੀ ਹੈ। ਇਹ ਸਾਧ ਸੰਗਤ ਸੰਤ ਜਨੋਂ ਗੁਰਸਿੱਖ ਦੇ ਜੀਵਨ ਨੂੰ ਸ਼ਿੰਗਾਰਦੀ ਹੈ। ਇਸ ਵਾਸਤੇ ਪ੍ਰਭੂ ਨੂੰ, ਪਰਮਾਤਮਾ ਨੂੰ ਸਮਝ ਕੇ, ਜਾਣ ਕੇ ਜਦੋਂ ਪਤਾ ਲੱਗ ਜਾਂਦਾ ਅਸਲੀ ਪਿਆਰ, ਪ੍ਰੀਤ ਉਦੋਂ ਜਾਗਦੀ ਹੈ ਗੁਰਸਿੱਖ ਦੇ ਅੰਦਰ। ਜਿਵੇਂ ਗੁਰੂ ਲਿਖਿਆ ਕਬੀਰ ਸਾਹਿਬ ਨੇ ਕਿ ਬਿਨ ਜਾਣੇ ਨਾ ਹੋਵੇ ਪ੍ਰਤੀਤੀ, ਬਿਨ ਪ੍ਰਤੀਤੀ ਨਾ ਹੋਵੇ ਪ੍ਰੀਤੀ, ਪ੍ਰੀਤ ਬਿਨ ਨਾਹੀ ਭਗਤ ਦ੍ਰਿੜਾਏ, ਜੈਸੇ ਖਗਪਤੀ ਜਲ ਕੋ ਚਕਨਾਈ। ਜੈਸੇ ਚਕਨਾਹਟ ਪਾਣੀ ਬਗੈਰ ਨਹੀਂ ਜਾਂਦੀ, ਇਵੇਂ ਮਨ 'ਤੇ ਜੋ ਮੈਲ ਹੈ, ਜੋ ਭਰਮ ਹੈ, ਭੁਲੇਖੇ ਨੇ, ਇਹ ਪਰਮਾਤਮਾ ਨੂੰ ਜਾਣੇ ਬਗੈਰ, ਪ੍ਰੀਤੀ ਬਗੈਰ ਗੱਲ ਨਹੀਂ ਬਣਦੀ। ਸੋ ਇਹ ਕਿਰਪਾ ਸਤਿਗੁਰੂ ਨੇ ਕੀਤੀ ਸਾਡੇ 'ਤੇ, ਰਹਿਮਤ ਕੀਤੀ ਸਾਡੇ 'ਤੇ। ਅਸੀਂ ਇਹਨੂੰ ਜਾਣ ਕੇ, ਸਾਹਮਣੇ ਖੜ੍ਹਾ ਵੇਖ ਕੇ, ਪ੍ਰਤੱਖ ਵੇਖ ਕੇ ਫਿਰ ਭਗਤੀ ਕਰ ਰਹੇ ਹਾਂ, ਫਿਰ ਇਹਦੀ ਬੰਦਗੀ ਕਰ ਰਹੇ ਹਾਂ। ਐਵੇਂ ਫੋਕਾ ਨਹੀਂ ਸਾਧ ਸੰਗਤ ਜੀ, ਇਹਨੂੰ ਜਾਣਿਆ ਪਹਿਲੇ, ਵੇਖਿਆ, ਫਿਰ ਬੰਦਗੀ ਆਪ ਸੰਤ ਮਹਾਤਮਾ ਕਰ ਰਹੇ। ਜਿਵੇਂ ਲਿਖਿਆ ਵੇ ਕਿ ਉੱਚਾ ਉੱਚਾ ਆਖੀਏ ਕਹੋਂ ਨਾ ਦੇਖਿਆ ਜਾਏ, ਵੀ ਕਹਿਣ ਨਾਲ ਨਹੀਂ ਵੇਖਿਆ ਜਾ ਸਕਦਾ। ਜਿੰਨੇ ਚਿਰ ਇਹਨੂੰ ਦੇਖਦੇ ਨਹੀਂ, ਜੈ ਦੇਖਾਂ ਤੈਂ ਏਕ ਤੂੰ ਸਤਿਗੁਰ ਦੀਆ ਦਿਖਾਏ। ਹੇ ਮੇਰੇ ਨਿਰੰਕਾਰ, ਹੇ ਮੇਰੇ ਪ੍ਰਭੂ, ਹੁਣ ਤੂੰ ਮੇਰੇ ਨਾਲ ਅੰਗ ਸੰਗ ਹੈ, ਹੁਣ ਮੈਂ ਤੇਰੀ ਵਡਿਆਈ ਕਰ ਸਕਦਾ, ਕਿਉਂਕਿ ਸਤਿਗੁਰੂ ਨੇ ਮੈਨੂੰ ਦਿਖਾ ਦਿੱਤਾ, ਕਿਰਪਾ ਕਰਤੀ ਮੇਰੇ 'ਤੇ। ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ। ਫਿਰ ਸਹਿਜ ਸੁਭਾਅ ਨਾਲ ਹੀ ਲਗਾਤਾਰ ਨਿਰੰਤਰ ਫਿਰ ਇਹ ਨਿਰੰਕਾਰ ਸਾਹਮਣੇ ਪ੍ਰਤੱਖ ਦਿਸਦਾ ਹੈ। ਔਰ ਜਦੋਂ ਇਹ ਦਿਸ ਜਾਂਦਾ ਹੈ, ਫਿਰ ਦੁਨੀਆ ਦੀਆਂ ਵਡਿਆਈਆਂ, ਇਹ ਭਰਮ ਭੁਲੇਖੇ ਸਭ ਦੂਰ ਹੋ ਜਾਂਦੇ। ਫਿਰ ਬੰਦਾ ਪਿੱਛੇ ਹਟ ਜਾਂਦਾ ਇਹਨਾਂ ਤੋਂ, ਉਹਨੂੰ ਪਤਾ ਲੱਗ ਜਾਂਦਾ ਕਿ ਰਤਨ ਪਦਾਰਥ ਮਾਣਕਾ, ਸੋਨਾ ਰੂਪਾ ਖਾਖ
ਮਾਤ ਪਿਤਾ ਸੂਤ ਬੰਧ ਪਾ ਕੂੜੇ ਸਭ ਸਾਖ। ਕਹਿੰਦਾ ਇਹ ਸੋਨਾ ਰੂਪ ਜਵਾਨੀ ਜੋਬਨ ਸਾਰੇ ਖਾਕ ਹੈ। ਮਾਤ ਪਿਤਾ ਸੂਤ ਬੰਧ ਸਭ ਝੂਠੇ ਸਾਖ ਨੇ। ਜਿਨ੍ਹਾਂ ਕੀਤਾ ਤਿਸੇ ਨਾ ਜਾਣੇ ਮਨਮੁਖ ਪਾਕ ਨਾ ਪਾਕ। ਜਿਹਨੇ ਪੈਦਾ ਕੀਤਾ, ਜਿਹਨੇ ਬਣਾਇਆ, ਜਿਹਨੇ ਜਾਣਿਆ, ਉਹਨੂੰ ਜਾਣਿਆ ਨਹੀਂ ਤੇ ਸਦਾ ਨਾ ਪਾਕ ਹੈ। ਜਿਵੇਂ ਲਿਖਿਆ ਨਾ, ਏਕ ਵਸਤ ਬੂਝੇ ਤੇ ਪਾਕ ਬਿਨ ਬੂਝੇ ਸਦਾ ਨਾ ਪਾਕ। ਉਹ ਵਸਤ ਪ੍ਰਮਾਤਮਾ ਇਹ ਨਿਰੰਕਾਰ ਹੈ, ਇਹ ਰੱਬ ਹੈ। ਜਿਹਨੂੰ ਜਾਣਿਆ ਨਹੀਂ ਤੇ ਬੰਦਾ ਸਦਾ ਨਾ ਪਾਕ ਹੈ, ਤੇ ਜਿਹਨੂੰ ਜਾਣ ਲਿਆ ਤੇ ਪਾਕ ਹੈ। ਇਸ ਵਾਸਤੇ ਸੰਤੋ ਗੁਰਮੁਖੋ ਮਹਾਤਮਾ ਇੰਨੀ ਰਹਿਮਤ, ਇੰਨੀ ਬਖਸ਼ਿਸ਼ ਆਪ ਸੰਤਾਂ ਮਹਾਤਮਾ ਤੇ ਹੋਈ ਹੈ। ਆਪ ਜੀ ਇੱਕ ਬ੍ਰਹਮ ਗਿਆਨੀ ਮਹਾਤਮਾ ਹੋ, ਸਾਰੇ ਇੱਕ ਇੱਕ ਗਿਆਨ ਲੈ ਕੇ ਆਪ ਜੀ ਤੇ ਇੰਨੀ ਕਿਰਪਾ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ ਹੈ। ਇਸ ਵਾਸਤੇ ਸੰਤੋ ਇਹ ਸਤਿਗੁਰੂ ਇਹ ਨਿਰੰਕਾਰ ਹੈ, ਆਪ ਹੀ ਕਰਨ ਕਰਾਉਣਹਾਰ ਹੈ। ਕਈਆਂ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਸਤਿਗੁਰੂ ਨਾਰੀ ਰੂਪ 'ਚ ਕਿਵੇਂ ਆ ਗਿਆ। ਪੈ ਵੀ ਆ ਕਈਆਂ ਨੂੰ ਭਰਮਾਂ 'ਚ, ਪਰ ਉਹ ਇਸ ਗੱਲ 'ਤੇ ਧਿਆਨ ਦੇਣ। ਗੁਰਬਾਣੀ ਦਾ 1403 ਨੰਬਰ ਸਫ਼ੇ 'ਤੇ ਸੱਚੇ ਪਾਤਸ਼ਾਹ ਨੇ ਵੀ ਭਰਮ ਭੁਲੇਖਾ ਕੱਢਿਆ। ਗੁਰੂ ਨਾਨਕ ਦੇਵ ਜੀ ਨੇ ਕਿ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ। ਕਿ ਆਪੇ ਨਰ ਹੈ, ਆਪ ਹੀ ਨਾਰੀ ਹੈ। ਆਪੇ ਹੀ ਉਹ ਜੋ ਸਤਿਸੰਗ ਜਿਹੜੀ ਚੌਕੜ ਪਾਸਾ ਖੇਡਦੇ ਨੇ, ਆਪੇ ਪਾਸ ਉਹਦੇ ਜ਼ਿਕਰ ਕੀਤਾ। ਆਪੇ ਸਾਰ ਆਪ ਹੀ ਪਾਸਾ। ਗੁਰਮਤਿ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕਾ ਬੜਾ ਤਮਾਸ਼ਾ। ਕਿ ਗੁਰਮਤਿ ਸੰਗਤ ਸਾਰੇ ਵਿਚਾਰ ਕਰੋ। ਇਹ ਜਿਹੜਾ ਤਮਾਸ਼ਾ ਇਹਦਾ ਆਪ ਦੀ ਖੇਡ ਹੈ, ਇਹਦੀ ਇਹ ਆਪੇ ਕਰਨ ਕਰਾਉਣਹਾਰ ਹੈ। ਅਸੀਂ ਇਸ ਭੁਲੇਖੇ 'ਚ ਨਾ ਰਹਿ ਜਾਈਏ। ਨਾਰੀ ਰੂਪ ਵੀ ਇਹਦਾ ਤੇ ਨਰ ਰੂਪ ਵੀ ਇਹਦਾ। ਜਿਵੇਂ ਲਿਖਿਆ ਨਾ ਕਿ ਤਿਸ ਕਿਉਂ ਮੰਦਾ ਆਖੀਏ ਜਿਨ ਜੰਮੇ ਰਾਜਾਨ। ਜਿਨ੍ਹਾਂ ਨੇ ਸੂਰਮੇ ਭਗਤ ਰਾਜੇ ਜੰਮੇ, ਉਹਨੂੰ ਮੰਦਾ ਔਰਤ ਨੂੰ, ਨਾਰੀ ਨੂੰ ਕਿਵੇਂ ਕਹੀਏ। ਇਹ ਸਾਡੇ ਭਰਮਾਂ ਦੇ, ਸਾਡੇ ਭੁਲੇਖਿਆਂ ਦੇ ਸਾਰੇ ਜਿਹੜੇ ਹੈ ਬੜੇ ਬੜੇ ਅਸੀਂ ਪਲੰਦੇ ਲਈ ਫਿਰਦੇ ਹਾਂ। ਇਸ ਵਾਸਤੇ ਸੰਤੋ ਆਓ ਕਿਰਪਾ ਕਰੋ। ਅਸੀਂ ਸੋਚਣਾ, ਵਿਚਾਰਨਾ, ਕਿਤੇ ਭਰਮਾਂ 'ਚ ਭੁਲੇਖਿਆਂ 'ਚ ਨਾ ਰਹਿ ਜਾਈਏ। ਮੇਰਾ ਭਰਮ ਭੋ ਭਾਗਾ ਜਬ ਸੇ ਰਾਮ ਨਾਮ ਚਿੱਤ ਲੱਗਾ। ਕਹਿੰਦਾ ਮੇਰੇ ਸਾਰੇ ਭਰਮ ਮਿਟ ਗਏ ਜਦੋਂ ਮੇਰਾ ਰਾਮ ਪ੍ਰਭੂ ਪਰਮਾਤਮਾ ਨਾਲ ਮੇਰਾ ਚਿੱਤ ਲੱਗ ਗਿਆ, ਮੇਰੇ ਹਿਰਦੇ ਵਿੱਚ ਵਸ ਗਿਆ। ਕਿਉਂਕਿ ਸਾਡੇ 'ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ। ਸਾਨੂੰ ਸਤਿਗੁਰੂ ਨੇ ਕਿਰਪਾ ਕਰਤੀ, ਸਮਝਾ ਦਿੱਤਾ। ਸਾਡੇ ਦੇ ਅਸੀਂ ਭਾਗਾਂ ਵਾਲੇ ਹਾਂ ਕਿ ਜੋ ਸਤਿਗੁਰੂ ਮਿਲਿਆ। ਇਹ ਵੀ ਲਿਖਿਆ ਗੁਰਬਾਣੀ ਕਿ ਸਤਿਗੁਰੂ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ। ਸਤਿਗੁਰੂ ਜੇ ਕੋਈ ਲੋਚੇ ਨਾ, ਇਹ ਗੱਲ ਨਹੀਂ ਬਣਦੀ ਤਾਂ ਜਬਸ ਕੋਈ। ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿ ਰੋਏ। ਅਸੀਂ ਭਾਗਾਂ ਵਾਲੇ ਹਾਂ, ਸਾਨੂੰ ਦਰਸ਼ਨ ਹੋ ਗਏ ਸਾਡੇ। ਜਿਨ੍ਹਾਂ ਦੇ ਭਾਗਹੀਣ ਨੇ ਉਹ ਰੋ ਰਹੇ ਨੇ ਬੈਠ ਕੇ। ਗੁਰੂ ਦੇ ਚਰਨਾਂ 'ਚ ਕਹੋ ਤਾਂ ਵੀ ਨਹੀਂ ਨੇੜੇ ਆਉਂਦੇ। ਜੇ ਬਾਬਾ ਫਰੀਦ ਜੀ ਕਹਿੰਦੇ ਨਾ, ਦਾਤਾ ਸਾਹਿਬਾਂ ਸੰਦੀਆਂ ਕਿਆ ਚਲੇ ਤਿਸ ਨਾਲ। ਇੱਕ ਜਾਗਦੇ ਵੀ ਰਹਿ ਜਾਣ, ਇੱਕ ਨੂੰ ਸੁੱਤਿਆਂ ਨੂੰ ਦੇਵੇ ਉਠਾਲ। ਕਹਿੰਦੇ ਇਹ ਜਿਹੜੀ ਦਾਤ ਹੈ ਨਾ ਬ੍ਰਹਮ ਗਿਆਨ ਦੀ, ਇਹਦੀ ਆਪਦੀ ਹੈ। ਇਹ ਜਿੱਤੇ ਕਿਰਪਾ ਕਰਦਾ, ਮਿਹਰ ਕਰਦਾ ਨਾ, ਉਹ ਉਸੇ 'ਤੇ ਬਖਸ਼ਿਸ਼ ਕਰਦਾ, ਉਹਨੂੰ ਹੀ ਦਿੰਦਾ। ਨਹੀਂ ਤਾਂ ਕਈਆਂ ਨੂੰ ਤਾਂ ਕਹਿੰਦੇ ਸਵੇਰੇ ਉੱਠ ਕੇ ਵੀ ਕਹਿੰਦਾ ਉੱਠੋ ਸਿਮਰਨ ਕਰੋ, ਬੰਦਗੀ ਕਰੋ, ਅਤੇ ਕਈ ਸੁੱਤੇ ਰਹਿੰਦੇ ਆ, ਜਾਗਦੇ ਰਹਿੰਦੇ ਆ। ਉਹਨੂੰ ਜਾਗਦਿਆਂ ਨੂੰ ਨਹੀਂ ਮਿਲਦੀ, ਸੁੱਤਿਆਂ ਨੂੰ ਉਠਾਲ ਕੇ ਦੇ ਦਿੰਦਾ। ਇਹਦੀ ਕਿਰਪਾ ਹੈ, ਇਹਦੀ ਰਹਿਮਤ ਹੈ। ਸੰਤ ਜਨੋ ਇਹ ਸਭ ਕੁਛ ਕਰਤਾ ਧਰਤਾ ਇਹ ਆਪੇ, ਕਰਨ ਕਰਾਉਣ ਆਪੇ, ਆਪ ਕੁਛ ਨਹੀਂ ਮਾਨੁਸ ਕੇ ਹਾਥ। ਦਾਸ ਬੋਲ ਰਿਹਾ, ਦਾਸ ਨਹੀਂ ਬੋਲ ਰਿਹਾ, ਮੈਂ ਨਹੀਂ ਬੋਲ ਰਿਹਾ। ਆਪ ਜੀ ਸੁਣ ਰਹੇ ਹੋਗੇ ਨਾ, ਆਪ ਜੀ ਨਹੀਂ ਸੁਣ ਰਹੇ, ਸੁਣਨ ਵਾਲਾ ਵੀ ਨਿਰੰਕਾਰ ਹੈ। ਪਾਤਸ਼ਾਹ ਨੇ ਵੀ ਲਿਖਿਆ ਹੈ ਕਿ ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਈ। ਜਿਉਂ ਬੁਲਾਵੇ ਤਿਉਂ ਬੋਲੀਏ, ਜਾਂ ਆਪ ਬੁਲਾਵੇ ਸੋਏ। ਅਸੀਂ ਕੁਛ ਨਹੀਂ ਬੋਲ ਸਕਦੇ, ਗੁਰਬਾਣੀ ਦਾ ਹੀ ਫਰਮਾਨ ਹੈ। ਮੈਂ ਬੋਲ ਰਿਹਾ ਹਾਂ, ਇਹ ਜੋ ਬੁਲਾ ਰਿਹਾ ਮੈਂ ਉਹੀ ਬੋਲ ਰਿਹਾ ਹਾਂ। ਇਹ ਗੁਰੂ ਦੀ ਕਿਰਪਾ ਹੈ। ਦਾਸ ਇਹ ਬਾਣੀ ਬੋਲ ਰਿਹਾ, ਇਹ ਗੁਰੂ ਦੀ ਬਾਣੀ ਹੈ, ਇਹ ਆਪ ਬੁਲਾ ਰਿਹਾ। ਮੇਰੀ ਕੀ ਹਿੰਮਤ ਹੈ ਸਾਧ ਸੰਗਤ ਜੀ। ਸੋ ਇਸ ਵਾਸਤੇ ਆਓ, ਕਿਰਪਾ ਕਰੋ, ਰਹਿਮਤ ਕਰੋ। ਗੁਰੂ ਦੇ ਵਚਨਾਂ ਨੂੰ, ਸੱਚੇ ਪਾਤਸ਼ਾਹ ਰੋਜ਼ ਸਤਿਗੁਰੂ ਮਾਤਾ ਜੀ ਦੇ ਵਚਨ ਆ ਰਹੇ ਨੇ, ਕਿੰਨੇ ਸੋਹਣੇ ਸੁੰਦਰ, ਸਾਨੂੰ ਸਮਝਾਉਣ ਵਾਸਤੇ, ਸਾਨੂੰ ਸੁਧਾਰਨ ਵਾਸਤੇ, ਸਾਨੂੰ ਪਾਵਨ ਪਵਿੱਤਰ ਬਣਾਉਣ ਵਾਸਤੇ, ਸਾਡਾ ਜੀਵਨ ਹੀਰੇ ਵਰਗਾ ਬਣਾਉਣ ਵਾਸਤੇ, ਰੋਸ਼ਨ ਮਨਾਰ ਬਣਾਉਣ ਵਾਸਤੇ ਸੱਚੇ ਪਾਤਸ਼ਾਹ ਦਿਨ ਰਾਤ ਇੱਕ ਕਰ ਰਹੇ ਨੇ ਕਿ ਸਭ ਦਾ ਆਦਰ ਕਰੋ, ਸਭ ਦਾ ਸਤਿਕਾਰ ਕਰੋ, ਪਿਆਰ ਪ੍ਰੀਤ ਨਿਮਰਤਾ ਸਹਿਨਸ਼ੀਲਤਾ ਵਾਲਾ ਜੀਵਨ ਬਣਾਉਣਾ। ਅਸੀਂ ਐਡਾ ਬ੍ਰਹਮ ਗਿਆਨ ਰੱਬ ਪਰਮਾਤਮਾ ਨਿਰੰਕਾਰ ਪਾ ਕੇ ਕਿੱਥੋਂ ਪਾਇਆ? ਗੁਰੂ ਦੇ ਚਰਨਾਂ ਵਿੱਚੋਂ। ਅਤੇ ਸੁੱਖ ਕਿੱਥੋਂ ਮਿਲਨੇ ਆ? ਇਹ ਵੀ ਸਤਿਗੁਰੂ ਦੇ ਚਰਨਾਂ 'ਚੋਂ, ਸੰਗਤ ਦੇ ਚਰਨਾਂ 'ਚੋਂ। ਭਾਈ ਰੇ ਸੁੱਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਸ ਪੁਰਖ ਵਿਧਾਤੇ, ਦੁੱਖ ਸਹਿੰਸਾ ਮਿਟ ਗਿਆ। ਸਾਰੇ ਦੁੱਖ ਸਹਿੰਸੇ ਨੇ ਮਿਟਾ ਤੇ ਸੁੱਖ ਸਾਧ ਸੰਗਤ ਦੇ ਚਰਨਾਂ 'ਚ ਪਾਇਆ। ਲਿਖਿਆ ਕਰ ਸੰਗਤ ਤੂੰ ਸਾਧ ਕੀ 68 ਤੀਰਥ ਨਾਓ। ਐ ਬੰਦੇ, ਐ ਨਰ, ਐ ਇਨਸਾਨ, ਸੰਗਤ ਸਾਧ ਦੀ ਕਰ, 68 ਤੀਰਥ
ਉਹਦਾ ਫਲ ਮਿਲ ਜੂਗਾ ਤੈਨੂੰ। ਜਿਉ ਪਿਆਰਨ ਤਨ ਮਨ ਹਰੇ ਸਾਚਾ ਏ ਸੁਆਓ। ਤੇਰਾ ਤਨ ਮਨ ਤਨ ਜਿਉ ਪ੍ਰਾਣ ਸਭ ਤੇਰਾ ਹਰਿਆ ਜੂ। ਇੱਥੇ ਮਿਲਣ ਵਡਿਆਈਆਂ ਅੱਗੇ ਪਾਏ ਥਾਓ। ਇੱਥੇ ਫਿਰ ਵਡਿਆਈਆਂ ਮਿਲ ਜਾਣਗੀਆਂ ਤੈਨੂੰ। ਤੇਰਾ ਯਸ਼ ਹੋਏਗਾ, ਤੇਰਾ ਕੀਰਤੀ ਹੋਏਗਾ। ਜਿਨ੍ਹਾਂ ਸਤਿਗੁਰੂ ਪੂਜਿਆ ਤਿਨਾ ਪੂਜ ਕਰਾਵਾ। ਜਿਹਨੇ ਸਤਿਗੁਰੂ ਨੂੰ ਪੂਜ ਲਿਆ ਉਹਦੀ ਪੂਜਾ ਕਰਵਾਉਂਦਾ। ਇਸ ਵਾਸਤੇ ਸੱਚੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ ਕਿ ਹਰ ਵੇਲੇ ਇਹਦੀ ਵਡਿਆਈ ਕਰ। ਇੱਥੇ ਤੈਨੂੰ ਵਡਿਆਈਆਂ ਮਿਲਣਗੀਆਂ, ਅੱਗੇ ਪਾਏ ਠਾਓ। ਜਦੋਂ ਇਹ ਸਮਾਂ ਨਿਕਲਿਆ, ਜਦੋਂ ਚਲੇ ਗਏ ਦੁਨੀਆ ਤੋਂ, ਫਿਰ ਉੱਥੇ ਵੀ ਵਡਿਆਈਆਂ ਮਿਲ ਜਾਣਗੀਆਂ। ਤਾਂ ਹੀ ਤਾਂ ਪਾਤਸ਼ਾਹ ਲਿਖਦੇ ਨੇ ਕਿ ਇੱਥੇ ਉਲਝਣਾ, ਇੱਥੇ ਫਸਣਾ, ਇੱਥੇ ਮੁਸਾਫਰਖਾਨਾ। 4 ਦਿਨਾਂ ਦਾ ਤੂੰ ਪ੍ਰਾਹੁਣਾ ਆਏ ਐ ਸੋ ਜਾਏਂਗੇ ਰਾਜਾ ਰੰਗ ਫਕੀਰ। ਜਾਣਾ ਸਭ ਨੇ ਹੈ। ਤਾਂ ਲਿਖਿਆ ਹੈ ਇੱਥੇ ਨਾ ਮੱਲਾ ਮਾਰ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ। ਜਿਹੜਾ ਘਰ ਜਿੱਥੇ ਤੇ ਲੱਗਾ ਨਾ, ਜਿਹੜਾ ਤੇਰੇ ਮਨ 'ਚ ਹਿਰਦੇ 'ਚ ਮੇਰਾ ਕੋਠੀ, ਮੇਰੀ ਕਾਰ, ਮੇਰੇ ਉਹ, ਮੇਰਾ ਐਡਾ ਮਹਿਲ, ਇਹ ਛੱਡ ਜਾਣਾ ਹੈ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਜਿੱਥੇ ਤੂੰ ਜਾਣਾ ਹੈ, ਜਿੱਥੇ ਜਾ ਕੇ ਤੂੰ ਪੱਕਾ ਰਹਿਣਾ ਹੈ, ਉਹਦੀ ਤੈਨੂੰ ਚਿੰਤਾ ਹੀ ਨਹੀਂ। ਉਹ ਫਿਕਰ ਕਰ। ਇਹ ਗੁਰੂ ਸਮਝਾ ਰਿਹਾ ਹੈ, ਇਹ ਗੁਰੂ ਨੇ ਸਮਝਾਇਆ ਹੈ। ਜਿੱਥੇ ਜਾਏ ਤੁਧ ਬਸ ਵਰਤਣਾ ਤਿਸ ਕੀ ਚਿੰਤਾ ਨਹੀਂ। ਫਾਤੇ ਸੇ ਹੀ ਨਿਕਲੇ ਜੇ ਗੁਰ ਕੇ ਪੈਰੀ ਪਾਏ। ਕਹਿੰਦੇ ਫਸਿਆ ਪਿਆ ਬੰਦਾ ਉਹ ਹੀ ਨਿਕਲਣਗੇ ਜਿਹੜੇ ਗੁਰੂ ਚਰਨਾਂ ਵਿੱਚ ਆ ਕੇ ਨਤਮਸਤਕ ਹੋ ਜਾਣਗੇ, ਝੁਕ ਜਾਣਗੇ। ਸੋ ਇਹ ਕਿਰਪਾ, ਇਹ ਰਹਿਮਤ ਆਪ ਜੀ ਦੀ ਹੋਈ ਹੈ। ਸੱਚੇ ਪਾਤਸ਼ਾਹ ਨੇ ਪਰਖ ਕਰਤੀ ਵੀ ਸੰਸਾਰ ਵਾਕਿਆ ਹੀ ਮੁਸਾਫਰਖਾਨਾ ਹੈ। ਅਸਲੀ ਘਰ ਕਿਹੜਾ ਹੈ? ਇਹ ਨਿਰੰਕਾਰ। ਜਿਵੇਂ ਲਿਖਿਆ ਨਾ, ਰਾਮ ਕਬੀਰ ਆਏ ਘਬਰਾਏ ਕੋਈ ਨਾ ਸਕੇ ਪਹਿਚਾਣੇ। ਇਸ ਵਾਸਤੇ ਜਦੋਂ ਇਹ ਸਮਾਂ ਆ ਗਿਆ, ਇਹ ਸਰੀਰ, ਇਹ ਆਤਮਾ ਜਿਹੜੀ ਅੰਦਰ, ਇਹ ਪ੍ਰਮਾਤਮਾ ਦਾ ਦੀ ਅੰਸ਼ ਹੈ। ਨਿਰੰਕਾਰ ਤਾਂ ਹੈ ਅੰਦਰ ਬੋਲ ਰਿਹਾ, ਇਹ ਨਿਰੰਕਾਰ ਹੀ ਤਾਂ ਹੈ ਅੰਦਰ ਬੋਲ ਰਿਹਾ। ਪਰ ਇਹ ਨਿਰੰਕਾਰ ਜਦੋਂ ਸਮਾਂ ਆ ਗਿਆ, ਇਹ ਆਤਮਾ ਨਿਕਲ ਕੇ ਨਿਰੰਕਾਰ 'ਚ ਮਿਲ ਜਾਣੀ ਹੈ। ਇਹਦੀ ਪਹਿਚਾਣ ਹੀ ਬ੍ਰਹਮ ਗਿਆਨ ਹੈ। ਇਹੀ ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨ। ਫਿਰ ਜਦੋਂ ਇਹ ਸਮਝ ਆ ਜਾਂਦੀ ਹੈ, ਫਿਰ ਬ੍ਰਹਮ ਗਿਆਨੀ, ਜਿਵੇਂ ਗੁਰਬਾਣੀ 'ਚ ਲਿਖਿਆ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਫਿਰ ਆਪ ਨਿਰੰਕਾਰ ਬਣ ਜਾਂਦਾ ਹੈ। ਲਿਖਿਆ ਨਾ ਗੁਰਬਾਣੀ 'ਚ, ਗਿਆਨੀ ਗੁਰਬਿਨ ਗਿਆਨ ਨਾ ਹੋਏ, ਕੋਰੇ ਰੰਗ ਕਦੇ ਨਾ ਚੜੇ, ਜੇ ਲੋਚੇ ਸਭ ਕੋਏ। ਗਿਆਨ ਲੈਣ ਨਾਲ ਗਿਆਨੀ ਬਣਦਾ ਹੈ। ਬ੍ਰਹਮ ਗਿਆਨ ਜਦੋਂ ਮਿਲ ਜਾਂਦਾ ਹੈ, ਇਸ ਵਾਸਤੇ ਜਦੋਂ ਮਿਲ ਜਾਂਦਾ ਹੈ, ਫਿਰ ਸਮਝ ਆ ਜਾਂਦੀ ਹੈ। ਫਿਰ ਉਹਦਾ ਪ੍ਰੀਤ ਪਿਆਰ ਜਿਹੜੀ ਗੁਰੂ ਨਾਲ, ਨਿਰੰਕਾਰ ਨਾਲ ਜੁੜ ਜਾਂਦੀ, ਲਿਵ ਲੱਗ ਜਾਂਦੀ ਹੈ। ਫਿਰ ਆਪਣੇ ਆਪ ਹੀ ਉਹ ਇਸ ਨਿਰੰਕਾਰ ਨਾਲ ਜੁੜ ਜਾਂਦਾ ਹੈ। ਜਿਵੇਂ ਲਿਖਿਆ ਗੁਰਬਾਣੀ 'ਚ, ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰਬਿਨ ਭਰਮ ਨਾ ਭਾਗੈ ਸੱਚ ਨਾ ਵਡਿਆਈ। ਇਹ ਜਿਹੜੇ ਭਰਮ ਆ, ਭੁਲੇਖੇ ਨਾ ਜਿਹੜੇ, ਇਹ ਗੁਰੂ ਬਗੈਰ ਨਹੀਂ ਨਿਕਲਦੇ। ਔਰ ਜਦੋਂ ਭੁਲੇਖਾ ਨਿਕਲ ਜਾਂਦਾ, ਫਿਰ ਇਹੋ ਹੀ ਸੰਤ ਮਹਾਤਮਾ ਮਹਾਂਪੁਰਸ਼ ਸੰਗਤ ਪਿਆਰੀ ਲੱਗਣ ਲੱਗ ਜਾਂਦੀ ਹੈ। ਫਿਰ ਉਹ ਰੂਹ ਆਪਣੇ ਆਪ ਹੀ ਕਹਿ ਉੱਠਦੀ ਕਿ ਸਤਸੰਗ ਮੇਰਾ ਹੋਵੇ ਨਿਵਾਸ, ਸੰਤਨ ਕੀ ਮੋਹਿ ਬਹੁਤ ਪਿਆਸ। ਸੰਤ ਬਚਨ ਮੇਰੇ ਮਨ ਹੈ ਮੰਤ, ਸੰਤ ਪ੍ਰਸਾਦ ਮੇਰੀ ਵਿਖਿਆ ਹੰਤ। ਕਿ ਮੇਰਾ ਹੁਣ ਮਨ ਕਰਦਾ ਮੈਂ ਹਰ ਵੇਲੇ ਸੰਤਾਂ ਨਾਲ ਰਹਾਂ, ਮਹਾਂਪੁਰਸ਼ਾਂ ਦਾ ਸੰਗ ਕਰਾਂ। ਇਸ ਤੋਂ ਇਲਾਵਾ ਉਹ ਫਿਰ ਰੂਹ ਸਤਸੰਗ ਜੀ ਕੋਈ ਹੋਰ ਲੋਚਦੀ ਹੀ ਨਹੀਂ। ਉਹਦਾ ਹਰ ਵੇਲੇ ਧਿਆਨ ਫਿਰ ਗੁਰੂ ਨਾਲ, ਸੰਤ ਜਨੋਂ ਲੱਗਿਆ ਰਹਿੰਦਾ ਹੈ, ਨਿਰੰਕਾਰ ਨਾਲ ਲੱਗਿਆ ਰਹਿੰਦਾ ਹੈ। ਇਸ ਵਾਸਤੇ ਆਓ, ਕਿਰਪਾ ਕਰੋ। ਇਹ ਸਤਿਗੁਰੂ ਨੇ ਸਾਡੇ 'ਤੇ ਰਹਿਮਤ ਕਰ ਦਿੱਤੀ ਹੈ, ਕਿਰਪਾ ਕਰਦੀ ਹੈ। ਸਤਿਗੁਰੂ ਦੇ ਚਰਨਾਂ 'ਚ ਸਭ ਕੁਝ ਮਿਲ ਜਾਂਦਾ ਹੈ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨਹਾਰ। ਕਹਿੰਦੇ ਗੁਰੂ ਪਾਰ ਉਤਾਰਨਹਾਰ ਹੈ, ਗੁਰੂ ਪਾਰ ਜਾਤ ਹੈ, ਮਨਸਾ ਪੂਰਨਹਾਰ। ਸਾਰੀਆਂ ਮਨਸਾ ਇੱਛਾਵਾਂ ਤ੍ਰਿਸ਼ਨਾ ਪੂਰੀਆਂ ਕਰਦਾ ਹੈ। ਗੁਰਦਾਤਾ ਹਰ ਨਾਮ ਦੇ, ਗੁਰੂ ਹੀ ਇਹ ਨਾਮ ਦਾ ਭੰਡਾਰ ਦਿੰਦਾ ਹੈ। ਉਧਰੇ ਸਭ ਸੰਸਾਰ, ਸਾਰਾ ਸੰਸਾਰ ਉਧਰ ਦਾ ਹੈ। ਗੁਰੂ ਸਮਰੱਥ, ਗੁਰੂ ਨਿਰੰਕਾਰ, ਗੁਰੂ ਉੱਚਾ ਅਗੰਮ ਅਪਾਰ। ਗੁਰ ਕੀ ਮਹਿਮਾ ਕਿਆ ਅਗੰਮ, ਮਹਿਮਾ ਅਗੰਮ ਹੈ ਕਿਆ ਕਥੇ ਕਥਨਹਾਰ। ਅਸੀਂ ਇਹਦੀ ਮਹਿਮਾ ਨਹੀਂ ਕਰ ਸਕਦੇ। ਜੇਤੜੇ ਫਲ ਮਨ ਬਾਚੈ, ਤੇਤੜੇ ਸਤਿਗੁਰ ਬਾਸ। ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ। ਸਤਿਗੁਰ ਸਰਣੀ ਆਇਆ ਬੌੜ ਨਾਹੀਂ ਵਿਨਾਸ਼, ਹਰ ਨਾਨਕ ਕਦੇ ਨਾ ਵਿਸਰੇ, ਜੀਉ ਪਿੰਡ ਤੇਰਾ ਸਾਸ। ਕਿੱਡੀ ਸੋਹਣੀ ਕਿਰਪਾ ਕੀਤੀ ਹੈ ਗੁਰੂ ਦੀ, ਰਹਿਮਤ ਸਾਡੇ 'ਤੇ ਕੀਤੀ ਹੈ। ਕਿੰਨੀ ਵਡਿਆਈ ਗੁਰੂ ਦੀ ਹੈ। ਸਤਿਗੁਰ ਜੇਵੜ ਅਵਰ ਨਾ ਕੋਈ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਈ। ਆਹ ਪਰਮੇਸ਼ਰ ਹੁੰਦਾ ਗੁਰੂ, ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦਾ ਗੁਰੂ। ਇਸ ਵਾਸਤੇ ਸੰਤੋ ਕਿਤੇ ਭੁਲੇਖੇ 'ਚ ਨਾ ਰਹਿ ਜੀ। ਅਸੀਂ ਕਿਤੇ ਸਤਿਗੁਰੂ ਨੂੰ ਅਸੀਂ ਬੰਦਾ ਨਾ ਸਮਝ ਬੈਠੀਏ। ਗਲਤੀ ਖਾਵਾਂਗੇ, ਭੁਲੇਖੇ 'ਚ ਰਵਾਂਗੇ, ਮਾਰ ਖਾ ਜਾਵਾਂਗੇ। ਇਸ ਵਾਸਤੇ ਹਰ ਵੇਲੇ ਕਬੀਰ ਸਾਹਿਬ ਕਹਿੰਦੇ ਨਾ, ਗੁਰ ਕੋ ਜੋ ਮਾਨਸ ਜਾਣਤੇ
ਸੋਗਰ ਕਹੀਏ ਸੋ ਨਰ ਕਹੀਏ ਅੰਧ। ਜਿਹੜੇ ਗੁਰੂ ਨੂੰ ਬੰਦਾ ਸਮਝੋ ਤਾਂ ਅੰਨੇ ਬਣ ਸਮਝ ਲਓ, ਅੰਨਿਆਂ ਦਾ ਜ਼ਿਕਰ ਦਿੱਤਾ। ਸੋ ਇਸ ਵਾਸਤੇ ਆਓ, ਸਾਡੇ 'ਤੇ ਅਪਾਰ ਕਿਰਪਾ ਅਪਾਰ ਬਖਸ਼ਿਸ਼ ਹੋਈ ਹੈ ਸੱਚੇ ਪਾਤਸ਼ਾਹ ਦੀ, ਹਰ ਵੇਲੇ ਦਾ ਧਿਆਨ ਬਣਿਆ ਰਹੇ। ਇਹਦੇ ਸੰਤਾਂ ਦਾ ਸੰਗ ਕਰੀਏ, ਇਹਨਾਂ ਸੰਤਾਂ ਦੀ ਵਡਿਆਈ ਕਰੀਏ, ਇਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਲਿਖਿਆ ਨਾ ਗੁਰਬਾਣੀ 'ਚ, ਜਿਨ ਆਪਣਾ ਕੰਤ ਪਛਾਣਿਆ ਹਉ ਤਿਨਕੇ ਲਾਗੋਂ ਪਾਏ। ਦੇਖੋ ਕਿੰਨੀ ਸੋਹਣੀ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਆਪਣੇ ਕੰਤ ਪ੍ਰਭੂ ਪਰਮਾਤਮਾ ਨਿਰੰਕਾਰ ਨੂੰ ਪਾ ਲਿਆ, ਮੈਂ ਉਹਨਾਂ ਦੇ ਚਰਨਾਂ 'ਤੇ ਲੱਗਾ, ਉਹਨਾਂ ਦੇ ਚਰਨਾਂ 'ਚ ਜੁੜ ਲੱਗਾ ਰਹਾ। ਉਨਕੇ ਤਨ ਹੁਣ ਲਾਗੋਂ ਤਿਨਕੇ ਪਾਓ, ਤਿਨ ਹੀ ਜੈਸੀ ਥੀ ਰਹਾ। ਮੈਂ ਵੀ ਉਹਨਾਂ ਵਰਗੀ ਬਣ ਜਾਵਾਂ, ਪਿਆਰ ਪ੍ਰੀਤ ਨਿਮਰਤਾ ਸਹਿਨਸ਼ੀਲਤਾ ਦੀ ਮੂਰਤੀ ਐਸੀ ਬਣ ਜਾਵਾਂ। ਸਤ ਸੰਗਤ ਮੇਲ ਮਿਲਾਏ, ਸੰਤਾਂ ਦਾ ਸੰਗ ਕਰਕੇ ਇਹ ਮੇਲ ਮਿਲਦੇ ਨੇ। ਸੋ ਆਓ ਸੰਤੋ, ਬਹੁਤ ਹੀ ਅਪਾਰ ਕਿਰਪਾ ਹੈ ਸਤਿਗੁਰੂ ਦੀ, ਸਾਡੇ 'ਤੇ ਰਹਿਮਤ ਹੋਈ ਹੈ ਜੋ ਇਹ ਸਾਡਾ ਜੀਵਨ ਸਫਲਾ ਹੋ ਗਿਆ, ਸੰਸਾਰ 'ਤੇ ਆਉਣਾ ਸਫਲਾ ਹੋ ਗਿਆ। ਜਿਵੇਂ ਲਿਖਿਆ ਗੁਰਬਾਣੀ 'ਚ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਤੋ ਰਾਤ ਦਿਨ ਆਪ ਜੀ ਸੇਵਾ ਕਰਦੇ ਹੋ, ਸਿਮਰਨ ਕਰਦੇ ਹੋ, ਸਤਸੰਗ ਕਰਦੇ ਹੋ, ਬੰਦਗੀ ਕਰਦੇ ਹੋ, ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਗੁਰੂ ਦੀ ਵਡਿਆਈ ਕਰਦੇ ਹੋ, ਭਾਗਾਂ ਵਾਲੇ ਹੋ। ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਦਾ ਪਲ ਪਲ ਸ਼ੁਕਰਾਨਾ ਕਰਦੇ ਰਹੀਏ। ਹੇ ਸੱਚੇ ਪਾਤਸ਼ਾਹ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੇਰਾ, ਇਹ ਸੰਸਾਰ ਤੋਂ ਸਾਨੂੰ ਕੱਢਿਆ ਹੈ, ਸੋਹਣਾ ਸੁੰਦਰ ਜੀਵਨ ਸੰਤਾਂ ਵਾਲਾ ਬਣਾਇਆ ਹੈ। ਖਾਂਦੇ ਪੀਂਦੇ ਉੱਠਦੇ ਬਹਿੰਦੇ ਚੱਲਦੇ ਫਿਰਦੇ ਪਲ ਪਲ ਇਹਦਾ ਸਿਮਰਨ, ਮਾਰਗ ਚਲਤ ਚਲਤ ਹਰੀ ਗਾਈਏ। ਐਸਾ ਕਰਮ ਬਣ ਜਾਏ, ਨਾਮਾ ਕਹੀ ਤਰਲੋਚਨਾ, ਮੁਖ ਸੇ ਨਾਮ ਉਚਾਰ, ਦੋ ਹੱਥੋਂ ਸੇ ਕਿਰਤ ਕਰ, ਚਿੱਤ ਨਿਰੰਜਨ ਨਾਲ। ਐਸਾ ਜੀਵਨ ਸਾਡਾ ਸਭ ਦਾ ਬਣ ਜਾਏ, ਇਹੀ ਕਾਮਨਾ ਹੈ। ਪਿਆਰ ਨਾਲ ਬੋਲਣਾ ਜੀ। ਧੰਨ ਨਿਰੰਕਾਰ।